ਕਰੋਨਾ ਕਾਲ ਚੱਲਿਆ, ਪਹਿਲੀ ਲਹਿਰ, ਦੂਸਰੀ ਲਹਿਰ, ਉਸ ਤੋਂ ਬਾਅਦ ਤੀਸਰੀ ਲਹਿਰ ਦੇ ਵੀ ਖਦਸ਼ੇ ਜ਼ਾਹਿਰ ਹੋ ਰਹੇ ਨੇ ਕਿ ਸ਼ੁਰੂਆਤ ਹੋ ਚੁੱਕੀ ਹੈ। ਉਸ ਦੇ ਲਈ ਜਾਣਨਾ ਚਾਹਾਂਗੇ ਕਿ ਪੰਜਾਬ ਸਰਕਾਰ ਕਿੰਨੀ ਕੁ ਤਿਆਰ ਹੈ। ਲੇਕਿਨ ਸਰ, ਪਹਿਲੀ ਲਹਿਰ ਸੀ, ਬਹੁਤ ਜ਼ਿਆਦਾ ਖੌਫ ਸੀ ਲੋਕਾਂ ਦੇ ਅੰਦਰ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਹੋ ਕਿਵੇਂ ਗਿਆ। ਜਿਸ ਤਰ੍ਹਾਂ ਕਿ ਸਾਡੇ ਡਾਕਟਰ ਸਾਹਿਬਾਨ ਨੇ ਵੀ ਦੱਸਿਆ ਕਿ ਜਿਸ ਵੇਲੇ ਕੋਈ ਪੇਸ਼ੈਂਟ ਆਉਂਦਾ ਸੀ, ਡਰ ਬਹੁਤ ਅੰਦਰ ਉਸਦੇ ਹੁੰਦਾ ਸੀ ਕਿ ਪਤਾ ਨਹੀਂ ਮੈਂ ਬਚੂੰਗਾ ਕਿ ਨਹੀਂ ਬਚੂੰਗਾ। ਤਾਂ ਇਸ ਦੌਰਾਨ ਹਰ ਪਿੰਡ ਪੱਧਰ ਤੱਕ, ਜ਼ਿਲ੍ਹਾ ਪੱਧਰ ਤੱਕ, ਸ਼ਹਿਰ ਪੱਧਰ ਤੱਕ, ਕਸਬਾ ਪੱਧਰ ਤੱਕ ਪੰਜਾਬ ਸਰਕਾਰ ਦੀ ਇਸ ਟੀਮ ਨੇ ਕਿਸ ਕਦਰ ਕੰਮ ਕੀਤਾ? ਕੀ ਸਟਾਈਲ ਸੀ, ਵਰਕਿੰਗ ਸਟਾਈਲ ਕੀ ਸੀ? ਤੁਸੀਂ ਬਿਲਕੁਲ ਦਰੁਸਤ ਫਰਮਾਇਆ ਜੀ। ਪਹਿਲੀ ਲਹਿਰ ਦੇ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਇਹ ਬਿਮਾਰੀ ਕੀ ਹੈ। ਇਟਸ ਅ ਵਾਇਰਸ, ਸੋ ਇਹਦੀ ਕੋਈ ਦਵਾਈ ਨਹੀਂ ਹੈ। ਇਹਦੇ ਤੋਂ ਸਿਰਫ ਬਚਣਾ ਹੈ ਤਾਂ ਮਾਸਕ ਪਹਿਨੋ, ਹੱਥ ਧੋਂਦੇ ਰਹੋ ਔਰ 2 ਗਜ ਦੀ ਦੂਰੀ ਰੱਖ ਕੇ। ਕਿਉਂਕਿ ਉਸ ਵੇਲੇ ਟੀਮਾਂ ਬਣਾਈਆਂ ਗਈਆਂ ਸਨ, ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਕਿ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਜੋ ਹੈ ਲੋਕਾਂ ਤੱਕ ਪਹੁੰਚਾਈ ਜਾਏ। ਉਹ ਉਸ ਵੇਲੇ ਟੀਮਸ ਦੇ ਲਈ ਵੀ ਇੱਕ ਵੱਡੀ ਚੁਣੌਤੀ ਹੁੰਦੀ ਹੈ ਕਿ ਲੋਕਾਂ ਤੱਕ ਜਾਣਾ ਹੈ। ਖੁਦ ਵੀ ਬਿਮਾਰ ਹੁੰਦੇ ਹੋਏ ਉਹ ਨਜ਼ਰ ਆਏ ਨੇ। ਤਾਂ ਅਜਿਹੇ ਦੇ ਵਿੱਚ ਉਹ ਆਪਣੀ ਉਸ ਟੀਮ ਨੂੰ ਤੁਸੀਂ ਕਿਸ ਤਰ੍ਹਾਂ ਹੌਸਲਾ ਬਣਾ ਕੇ ਰੱਖਿਆ, ਜਾਂ ਉਸ ਟੀਮ ਨੇ ਕਿਸ ਲੈਵਲ ਤੱਕ ਫਿਰ ਕੰਮ ਕੀਤਾ? ਸੋ ਜ਼ਰੂਰੀ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਵਿੱਚ ਇਸ ਦੇ ਬਾਰੇ 'ਚ ਪੂਰੀ ਜਾਣਕਾਰੀ ਦਿੱਤੀ ਹੈ। ਸੋ ਉਹਦੇ ਲਈ ਬੜੀ ਅੱਛੀ ਇੱਕ ਮੀਡੀਆ ਕੈਂਪੇਨ ਕੀਤੀ ਹੈ। ਮਿਸ਼ਨ ਫਤਿਹ ਜੋ ਸ਼ੁਰੂ ਕੀਤਾ ਸੀਗਾ, ਉਹ ਇੱਕ ਕੈਂਪੇਨ ਸੀਗੀ ਲੋਕਾਂ ਦੇ ਵਿੱਚ ਇਹ ਦਰਸਾਉਣ ਦੀ ਕਿ ਕੋਵਿਡ ਕੀ ਚੀਜ਼ ਹੈ, ਇਸ ਤੋਂ ਅਸੀਂ ਕਿਵੇਂ ਬਚਾਅ ਕਰਨਾ, ਇਸ 'ਤੇ ਕਿਵੇਂ ਜਿੱਤ ਹਾਸਲ ਕਰਨੀ ਹੈ ਬੇਸਿਕਲੀ। ਸੋ ਉਹਦੇ ਲਈ ਹੈਲਥ ਕੇਅਰ ਵਰਕਰਸ ਪੂਰਾ ਆਪਣੇ ਜੋਸ਼ ਦੇ ਨਾਲ, ਫਰੰਟ ਲਾਈਨ ਵਰਕਰ ਜਿੰਨੇ ਸਾਡੇ ਬਾਕੀ ਸਾਰੇ ਫੀਲਡ ਦੇ ਵਿੱਚ ਕੰਮ ਕਰਦੇ ਸੀ, ਉਹ ਸਾਰੇ ਫਰੰਟ ਲਾਈਨ ਵਰਕਰ ਸੀ। ਔਰ ਉਹਨਾਂ ਦੇ ਨਾਲ ਬਹੁਤ ਸਾਰੀਆਂ ਸਵੈਂ ਸੇਵੀ ਜਥੇਬੰਦੀਆਂ, NGOs, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਅਤੇ ਉਸ ਤੋਂ ਇਲਾਵਾ ਅਸੀਂ ਸ਼ੁਰੂ ਦੇ ਵਿੱਚ ਜੋ ਪ੍ਰਾਈਵੇਟ ਹੈਲਥ ਕੇਅਰ ਫੈਸਿਲਿਟੀ ਸੀ, ਉਹਨਾਂ ਨੇ ਥੋੜ੍ਹਾ ਜਿਹਾ ਇਸ ਤੋਂ ਘਬਰਾਹਟ ਦੇ ਵਿੱਚ ਥੋੜ੍ਹਾ ਪਿੱਛੇ ਹਟ ਗਏ। ਲੇਕਿਨ ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਸ ਦੇ ਵਿੱਚ ਕੁਝ ਖਾਸ ਨਹੀਂ ਹੈ, ਤੁਸੀਂ ਸਾਡੇ ਨਾਲ ਚੱਲੋ, ਇਹ ਅਸੀਂ ਰਲ ਕੇ ਇਸ 'ਤੇ ਆਪਾਂ ਇਹਨੂੰ ਜਿੱਤ ਪ੍ਰਾਪਤ ਕਰਾਂਗੇ। ਬਿਲਕੁਲ। ਸੋ ਸਾਡੀ OPD, ਗਵਰਨਮੈਂਟ ਦੀ OPD ਕਦੇ ਬੰਦ ਨਹੀਂ ਕੀਤੀ ਅਸੀਂ। ਪੂਰੀ ਪਹਿਲੀ ਲਹਿਰ ਦੇ ਵਿੱਚ, ਦੂਜੀ ਲਹਿਰ ਦੇ ਵਿੱਚ, ਅੱਜ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ OPD ਚੱਲਦੀ ਰਹੀ ਹੈ ਪੂਰੀ। ਲੇਕਿਨ ਪ੍ਰਾਈਵੇਟ ਦੀ ਸ਼ੁਰੂ ਦੇ ਵਿੱਚ ਬੰਦ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ। ਔਰ ਅਸੀਂ ਸਰਕਾਰ ਦੇ ਨਾਲ ਜਦੋਂ ਪ੍ਰਾਈਵੇਟ ਹੈਲਥ ਕੇਅਰ ਫੈਸਿਲਿਟੀਜ਼ ਨੇ ਵੀ ਪੂਰਾ ਸਾਥ ਦਿੱਤਾ, ਅਤੇ ਉਸੇ ਕਰਕੇ ਅਸੀਂ ਇਸ ਦੇ ਵਿੱਚ ਕਾਮਯਾਬ ਹੋਏ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਇਹਨੂੰ ਦੂਸਰੀ ਲਹਿਰ ਸੀ ਜਿਹੜੀ ਕਿ ਬਹੁਤ ਭਿਆਨਕ ਔਰ ਉੱਪਰ ਜਾ ਰਹੀ ਸੀ, 9000 ਤੋਂ ਉੱਪਰ ਕੇਸ ਇੱਕ ਦਿਨ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ, ਉਹਨੂੰ ਅਸੀਂ ਬਹੁਤ ਜਲਦ ਥੱਲੇ ਲਿਆਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਦੋਂ ਅਸੀਂ ਆਪਣੇ ਸਾਰੇ ਰਿਸੋਰਸਿਸ। ਸਰ, ਇਹਦੇ ਵਿੱਚ ਕੋਈ ਦੋਰਾਹੇ ਨਹੀਂ ਹੈ ਕਿ ਕਾਫੀ ਡੈਥ ਰੇਟਸ ਦੇ ਵਿੱਚ ਵੀ ਕਮੀ ਆਈ ਹੈ, ਜੋ ਪੋਜ਼ਿਟਿਵਿਟੀ ਰੇਟ ਉਸ ਦੇ ਵਿੱਚ ਵੀ ਕਮੀ ਆਈ ਹੈ। ਲੇਕਿਨ ਅਸੀਂ, ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਡਿਲੇ ਹੋ ਗਏ ਕਿਤੇ ਨਾ ਕਿਤੇ? ਬਾਕੀ ਸਟੇਟਸ ਦੇ ਨਾਲੋਂ ਆਪਾਂ ਕਿੰਨਾ ਜਲਦੀ ਕਵਰ ਕਰ ਪਾਇਆ? ਮੈਂ ਸਮਝਦਾ ਕਿ ਅਸੀਂ ਬਹੁਤ ਸਾਰੀਆਂ ਸਟੇਟਾਂ ਨਾਲੋਂ ਕਿਤੇ ਅੱਛੇ ਤਰੀਕੇ ਦੇ ਨਾਲ ਇਹਦੇ 'ਚ ਕਾਮਯਾਬੀ ਹਾਸਲ ਕੀਤੀ ਹੈ। ਸਾਡੀ ਜੇ ਤੁਸੀਂ ਪੀਕ ਦੇਖੋ, ਤਕਰੀਬਨ 3000 ਕੇਸ ਪਰ ਡੇ ਤੋਂ ਸ਼ੁਰੂ ਹੋ ਕੇ 3,500, 4,000, 5,000, ਇਟ ਵਾਜ਼ ਗੋਇੰਗ ਲਾਈਕ ਦਿਸ ਬਿਲਕੁਲ। ਔਰ ਉਸ ਤੋਂ ਬਾਅਦ ਨੀਚੇ ਡਰੋਪ ਕਿਵੇਂ ਹੋਈ ਹੈ? ਉਹ ਉਦੋਂ ਹੋਈ ਹੈ ਜਦੋਂ ਅਸੀਂ ਆਪਣੀ ਵੀ ਸਟਾਰਟਡ ਇਨਕਰੀਜ਼ਿੰਗ ਟੈਸਟਿੰਗ। ਪਹਿਲੀ ਵੇਵ ਦੇ ਵਿੱਚ ਸਾਡੇ ਮੈਕਸਿਮਮ ਟੈਸਟ 30,000 ਸੀਗੇ, ਔਰ ਜਦੋਂ ਸੈਕਿੰਡ ਵੇਵ ਸਾਡੀ 2,000-2,500 ਟੈਸਟ ਪਰ ਡੇ ਪੋਜ਼ੀਟਿਵ ਆਉਣੇ ਸ਼ੁਰੂ ਹੋਏ, ਅਤੇ ਅਸੀਂ ਉਹਨੂੰ ਵਧਾਉਣਾ ਸ਼ੁਰੂ ਕੀਤਾ। ਔਰ ਸਾਡੀ ਟੈਸਟਿੰਗ ਜਿਹੜੀ ਸੀ 85,000 ਟੈਸਟ ਪਰ ਡੇ, ਇਸ 'ਤੇ ਅਸੀਂ ਲੈ ਗਏ। ਔਰ ਇਸ ਚੀਜ਼ ਨੇ ਸਾਨੂੰ ਫਾਇਦਾ ਕੀਤਾ ਕਿ ਅਸੀਂ ਇੱਕਦਮ ਉਹਨੂੰ ਥੱਲੇ ਲਿਆਉਣ ਵਿੱਚ ਕਾਮਯਾਬ ਹੋਏ, ਕਿਉਂਕਿ ਮੈਜੋਰਿਟੀ ਆਫ ਇਨਫੈਕਸ਼ਨ ਜਿਹੜੀ ਸੀ ਸੁਸਾਇਟੀ ਦੇ ਵਿੱਚ, ਉਹਨੂੰ ਅਸੀਂ ਪਕੜ ਲਿਆ। ਬਿਲਕੁਲ। ਰੈਪਿਡ ਐਂਟੀਜਨ ਟੈਸਟ ਜਦੋਂ ਕੀਤੇ, ਐਕਸਪਰਟਸ ਦੱਸਦੇ ਆ ਕਿ ਰੈਪਿਡ ਐਂਟੀਜਨ ਟੈਸਟ ਜਿਹੜੇ ਸਿੰਪਟੋਮੈਟਿਕ ਕੇਸਿਸ ਹੈ, ਉਹਨਾਂ 'ਤੇ ਬਹੁਤ ਇਫੈਕਟਿਵ ਹੈ, ਕਿਉਂਕਿ 10 ਮਿੰਟ ਦੇ ਵਿੱਚ ਰਿਜ਼ਲਟ ਆ ਗਿਆ। ਉਸ ਤੋਂ ਬਾਅਦ ਉਹ ਪੇਸ਼ੈਂਟ ਆਈਸੋਲੇਟ ਹੋ ਗਿਆ, ਉਹ ਕਿਸੇ ਨੂੰ ਇਨਫੈਕਟ ਨਹੀਂ ਕਰੇਗਾ। ਸਰ, ਇਸ ਤਰ੍ਹਾਂ ਵੀ ਹੋਇਆ ਕਿ ਜਦੋਂ ਟੈਸਟਿੰਗ ਹੋ ਰਹੀ ਸੀ ਤਾਂ ਅਗਰ ਕਿਸੇ ਦੇ ਅੰਦਰ ਸਿੰਪਟਮਸ ਨੇ ਤਾਂ ਵੀ ਉਹਦੀ ਰਿਪੋਰਟ ਨੈਗੇਟਿਵ ਆਈ,
ਔਰ ਅਗਰ ਸੀ ਕੋਈ ਹੈ ਪੋਜ਼ਿਟਿਵ ਹੈ ਲੇਕਿਨ ਉਸਦੀ ਰਿਪੋਰਟ ਨੈਗੇਟਿਵ ਆਈ, ਉਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਵੀ ਤੰਜ਼ ਕੱਸੇ ਗਏ ਨੇ, ਉਸ ਵੇਲੇ ਵੀ ਵਿਵਾਦਾਂ 'ਚ ਰਹੀ। ਮਿਸ਼ਨ ਫਤਿਹ ਦੀ ਤੁਸੀਂ ਗੱਲ ਕੀਤੀ, ਲੇਕਿਨ ਫਤਿਹ ਕਿਟਸ ਨੂੰ ਲੈ ਕੇ ਸਰਕਾਰ ਵਿਵਾਦਾਂ ਦੇ ਵਿੱਚ ਰਹੀ ਹੈ। ਸੀ ਜਿੱਥੋਂ ਤੱਕ ਟੈਸਟਿੰਗ ਦੀ ਸਵਾਲ ਹੈ, ਟੈਸਟਿੰਗ ਦੇ ਵਿੱਚ ਤੁਸੀਂ ਇਹ ਦੇਖੋ ਕਿ ਸੈਂਸਿਟੀਵਿਟੀ ਜੋ ਹੈ ਉਹ 100% ਨਹੀਂ ਹੁੰਦੀ। RT-PCR ਵੀ 95% ਸੈਂਸਿਟਿਵ ਹੈ, ਰੈਪਿਡ ਐਂਟੀਜਨ ਕਿਟ 60 to 70% ਸੈਂਸਿਟਿਵ ਹੈ। ਸੋ ਉਹਦੇ ਵਿੱਚ ਜਿਹੜੇ ਸਿੰਪਟੋਮੈਟਿਕ ਕੇਸਿਸ ਹੈ ਉਹਦੇ ਤੇ ਰੈਪਿਡ ਐਂਟੀਜਨ ਕਿਟ ਜਿਹੜੀ ਹੈ ਬਹੁਤ ਇਫੈਕਟਿਵ ਹੈ, ਕੁਇਕਲੀ ਉਹਦਾ ਪਤਾ ਚੱਲ ਜਾਂਦਾ। ਅਦਰਵਾਈਜ਼ ਗੋਲਡ ਸਟੈਂਡਰਡ ਇਜ਼ RT-PCR। ਸੋ RT-PCR ਦੇ ਵਿੱਚ 95% ਤੁਸੀਂ ਯੂ ਵਿਲ ਗੈਟ ਦੀ ਕਰੈਕਟ ਰਿਜ਼ਲਟ। 5% ਦੇ ਵਿੱਚ ਕਿਤੇ ਵੀ ਹੋ ਸਕਦਾ ਹੈ। ਸੋ ਉਹਦੇ 'ਚ ਅਗਰ ਸਿੰਪਟਮ ਹਨ ਤਾਂ ਸਿੰਪਟਮ ਦੇ ਬੇਸਿਸ ਤੇ ਤੁਸੀਂ ਉਹਦੀ ਸਿੰਪਟੋਮੈਟਿਕ ਟ੍ਰੀਟਮੈਂਟ ਸ਼ੁਰੂ ਕਰ ਦਿਓ, ਈਵਨ ਇਫ ਦੀ ਪੇਸ਼ੈਂਟ ਇਜ਼ ਨੈਗੇਟਿਵ। ਸੋ ਜਿੱਥੋਂ ਤੱਕ ਫਤਿਹ ਕਿਟ ਦੀ ਤੁਸੀਂ ਕੰਟਰੋਵਰਸੀ ਦੀ ਗੱਲ ਕੀਤੀ ਹੈ, ਉਹ ਸਬ ਡਿਜਿਟਸ ਮੈਟਰ ਸੀ, ਹਾਈ ਕੋਰਟ ਦੇ ਵਿੱਚ ਗਿਆ ਸੀ। ਸੋ ਵੀ ਹੈਵ ਸੈਂਟ ਦੀ ਰਿਪਲਾਈ। ਸੋ ਉਸ ਚੀਜ਼ ਨੂੰ ਮੈਂ ਇੱਥੇ ਡਿਸਕਸ ਨਹੀਂ ਕਰਨਾ ਚਾਹਾਂਗਾ, ਕਿਉਂਕਿ ਜਦੋਂ ਇੱਕ ਵਾਰੀ ਮਸਲਾ ਹਾਈ ਕੋਰਟ ਦੇ ਵਿੱਚ ਚਲੇਗਾ ਦੈਨ ਉਹ ਇੱਕ ਜੁਡੀਸ਼ੀਅਲ ਮੈਟਰ ਹੋ ਜਾਂਦਾ। ਬਿਲਕੁਲ। ਔਰ ਪਿੰਡ ਪੱਧਰ ਦੀ ਅਗਰ ਗੱਲ ਕੀਤੀ ਜਾਏ ਸਰ, ਸ਼ਹਿਰਾਂ ਜ਼ਿਲ੍ਹਿਆਂ ਤੱਕ ਲੋਕ ਕਾਫੀ ਹੱਦ ਤੱਕ ਅਵੇਅਰ ਵੀ ਹੁੰਦੇ ਨੇ, ਲੇਕਿਨ ਜਿਹੜੇ ਪਿੰਡ ਦੇ ਲੋਕ ਨੇ ਉਹ ਕਹਿੰਦੇ ਨੇ ਕਿ ਸਾਡਾ ਖਾਣ ਪੀਣ ਇਸ ਤਰ੍ਹਾਂ ਦਾ ਅੰਦਰੋਂ ਸਟਰੋਂਗ ਹੀ ਬਹੁਤ ਜ਼ਿਆਦਾ ਆ, ਪਰ ਉੱਥੇ ਤੱਕ ਵੀ ਜਦੋਂ ਕਰੋਨਾ ਪਹੁੰਚਿਆ ਤਾਂ ਉਸ ਵੇਲੇ ਵੀ ਡਰ ਹੋਇਆ। ਤਾਂ ਅਜੇ ਪਿੰਡ ਪੱਧਰ ਤੱਕ ਪਹਿਰੇ ਵੀ ਲੱਗਦੇ ਰਹੇ ਨੇ, ਪਿੰਡਾਂ ਦੇ ਨੌਜਵਾਨਾਂ ਦੇ ਵੱਲੋਂ ਵੀ ਪਿੰਡ ਪੱਧਰ ਤੱਕ ਪਹਿਰੇ ਤੱਕ ਠੀਕਰੀ ਪਹਿਰੇ ਤੱਕ ਲਗਾਏ ਜਾਂਦੇ ਰਹੇ ਨੇ। ਔਰ ਉਸ ਦੌਰਾਨ ਸਰਕਾਰ ਦੀਆਂ ਕਮੀਆਂ ਵੀ ਗਿਣਵਾਈਆਂ ਗਈਆਂ। ਉਹ ਪਿੰਡ ਵਾਲੇ ਉਹ ਕਹਿੰਦੇ ਰਹੇ ਨੇ ਕਿ ਅਸੀਂ ਆਪਣੇ ਪੱਧਰ 'ਤੇ ਜ਼ਰੂਰ ਇਸ ਤਰ੍ਹਾਂ ਦੇ ਪਹਿਰੇ ਲਗਾ ਰਹੇ ਹਾਂ ਤਾਂ ਕਿ ਕੋਈ ਬਾਹਰੋਂ ਕੋਈ ਬੰਦਾ ਪਿੰਡ ਦੇ ਵਿੱਚ ਨਾ ਆ ਜਾਏ ਕਿ ਪਿੰਡ ਦੇ ਵਿੱਚ ਕਰੋਨਾ ਫੈਲੇ। ਤਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਵੱਡਾ ਯੋਗਦਾਨ ਰਿਹਾ, ਉਸ ਨੂੰ ਲੈ ਕੇ ਤੁਸੀਂ ਕੀ ਕਹੋਗੇ? ਐਕਚੁਅਲੀ ਸੈਕੰਡ ਵੇਵ ਦੇ ਵਿੱਚ ਖਾਸ ਕਰਕੇ ਜਿਹੜੀ ਇਨਫੈਕਸ਼ਨ ਸੀ ਉਹ ਕਾਫੀ ਹੱਦ ਤੱਕ ਪਿੰਡਾਂ ਦੇ ਵਿੱਚ ਗਈ ਸੀ। ਉਹਦੇ ਲਈ ਅਸੀਂ ਕਰੋਨਾ ਮੁਕਤ ਪਿੰਡ ਅਭਿਆਨ ਇਹ ਸ਼ੁਰੂ ਕੀਤਾ ਸੀ। ਜਦੋਂ ਟੈਸਟਿੰਗ ਨੂੰ ਅਸੀਂ ਵਧਾਇਆ 85,000 ਤੱਕ ਲੈ ਕੇ ਗਏ, ਉਸ ਵੇਲੇ ਅਸੀਂ ਸਾਡੇ ਤਕਰੀਬਨ 3,000 ਹੈਲਥ ਐਂਡ ਵੈਲਨੈਸ ਸੈਂਟਰ ਸਨ। ਹੈਲਥ ਐਂਡ ਵੈਲਨੈਸ ਸੈਂਟਰ ਤੱਕ ਅਸੀਂ ਆਪਣੀਆਂ ਟੀਮਾਂ ਬਣਾਈਆਂ ਔਰ ਉਹ ਸਾਰੀਆਂ ਟੀਮਾਂ ਜਿਹੜੀਆਂ ਸੀਗੀਆਂ ਹਰ ਰੋਜ਼ 4-4 5-5 ਪਿੰਡ ਮਿਲ ਗਏ ਇੱਕ ਹੈਲਥ ਐਂਡ ਵੈਲਨੈਸ ਸੈਂਟਰ ਨੂੰ। ਸਾਡੇ ਤਕਰੀਬਨ 13,000 ਦੇ ਆਸ-ਪਾਸ ਪਿੰਡ ਹੈ, 2950 ਹੈਲਥ ਐਂਡ ਵੈਲਨੈਸ ਸੈਂਟਰ ਹੈ। ਸੋ 3 ਤੋਂ 4 ਪਿੰਡ ਇੱਕ ਹੈਲਥ ਐਂਡ ਵੈਲਨੈਸ ਸੈਂਟਰ ਦੀ ਟੀਮ ਕੋਲ ਆਉਂਦੇ ਸੀ। ਸੋ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਘਰ ਘਰ ਜਾ ਕੇ ਲੋਕਾਂ ਦੇ ਟੈਸਟ ਕੀਤੇ ਔਰ ਉਹਨਾਂ ਨੂੰ ਕਿਟਸ ਦਿੱਤੀਆਂ, ਆਈਸੋਲੇਟ ਕੀਤਾ। ਅਗਰ ਕਿਸੇ ਨੂੰ ਜ਼ਰੂਰਤ ਸੀਗੀ ਤਾਂ ਉਹਨਾਂ ਨੂੰ ਹਸਪੀਟਲ ਲੈ ਕੇ ਆਏ ਜੀ। ਉਹ ਜਿਹੜਾ ਫੇਜ਼ ਸੀਗਾ ਉਹ ਪੀਕ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਪਹੁੰਚਿਆ ਸੀ ਔਰ ਉਸ ਵੇਲੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਚਿੰਤਾ ਹੋ ਗਈ ਸੀ ਕਿ ਬਾਹਰੋਂ ਲੋਕ ਆਉਂਦੇ ਕਰੋਨਾ ਲੈ ਕੇ ਆਉਂਦੇ। ਨਹੀਂ ਲੱਗਦਾ ਕਿ ਵੈਕਸੀਨੇਸ਼ਨ ਡਰਾਈਵ ਜੋ ਸੀ ਉਹ ਗਰਾਊਂਡ ਤੋਂ ਹੀ ਸ਼ੁਰੂ ਕਰਨੀ, ਯਾਨੀ ਕਿ ਪਿੰਡਾਂ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਸੀ? ਵੈਕਸੀਨੇਸ਼ਨ ਦਾ ਬਹੁਤ ਅੱਛਾ ਇੱਕ ਸਿਸਟਮ ਬਣਾਇਆ ਸੀ ਕਿ ਸਭ ਤੋਂ ਪਹਿਲਾਂ ਵੈਕਸੀਨ ਅਵੇਲੇਬਲ ਕਿੰਨੀ ਹੈ ਤੁਹਾਡੇ ਕੋਲ? ਥੋੜੀ ਵੈਕਸੀਨ ਹੈ। ਸੋ ਸਭ ਤੋਂ ਪਹਿਲਾਂ ਕਿਹਨੂੰ ਚਾਹੀਦੀ ਹੈ? ਸਰ ਮਹਿੰਗੀ ਵੀ ਵਿਕਦੀ ਰਹੀ ਹੈ। ਸੋ ਸਭ ਤੋਂ ਪਹਿਲਾਂ ਸਰਕਾਰ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਵੈਕਸੀਨ ਜੋ ਡੋਜ਼ ਸਨ ਉਹ ਮਹਿੰਗੇ ਵਿਕਦੇ ਰਹੇ ਨੇ, ਕੇਂਦਰ ਸਰਕਾਰ ਨੇ ਮਹਿੰਗੇ ਭੇਜੇ ਨੇ। ਪਹਿਲਾਂ ਇਹ ਸਵਾਲ ਸਨ, ਫਿਰ ਲੇਕਿਨ ਵਿਰੋਧੀਆਂ ਦੇ ਵੱਲੋਂ ਤੰਜ਼ ਕਸੇ ਕਿ ਸਰਕਾਰੀ ਜੋ ਹੈ ਰੇਟ ਉਹ ਅਲੱਗ ਸੀ, ਲੇਕਿਨ ਜਦੋਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਡੋਜ਼ ਪਹੁੰਚੀ ਤਾਂ ਉਹ ਬਹੁਤ ਮਹਿੰਗੇ ਰੇਟ 'ਤੇ ਮਿਲਦੀ ਸੀ। ਦੋ ਗੱਲਾਂ। ਸਭ ਤੋਂ ਪਹਿਲਾਂ ਤਾਂ ਮੈਂ ਵੈਕਸੀਨ ਦੀ ਜਿਹੜੀ ਗੱਲ ਕੀਤੀ ਸੀ ਉਹ ਇਹ ਹੈ ਕਿ ਜਿਸ ਵਿਅਕਤੀ ਨੂੰ ਵੈਕਸੀਨ ਚਾਹੀਦੀ ਹੈ ਸਭ ਤੋਂ ਪਹਿਲਾਂ ਉਹ ਕੌਣ ਹੈ? ਜਿਨ੍ਹਾਂ ਨੂੰ ਤੁਸੀਂ ਸਨਮਾਨਿਤ ਕੀਤਾ। ਸੋ ਡਾਕਟਰਸ, ਹੈਲਥ ਕੇਅਰ ਵਰਕਰ, ਜਿੰਨੇ ਸਾਰੇ ਦੇ ਆਲ ਰਿਕੁਆਇਰ ਵੈਕਸੀਨ, ਰਾਈਟ? ਉਸ ਤੋਂ ਬਾਅਦ ਫਰੰਟ ਲਾਈਨ ਵਰਕਰ ਸੀ ਜਿਹੜੇ ਬਾਕੀ ਸਾਰਾ ਸਿਸਟਮ ਦੇਖਦੇ ਸੀਗੇ, ਉਹ ਸਾਰਾ ਸਿਸਟਮ ਦੇਖਦੇ ਸੀ, ਸਾਰਾ ਕੁਝ ਕਰਦੇ ਸੀ, ਸੈਂਪਲਿੰਗ ਟੀਮਾਂ ਦੇ ਨਾਲ ਜਾਂਦੇ ਸੀਗੇ, ਉਹ ਸਾਰੇ ਸੀ। ਉਸ ਤੋਂ ਬਾਅਦ ਦੇ ਵਿੱਚ ਦੇਖਿਆ ਕਿ ਏਜਡ ਪਾਪੂਲੇਸ਼ਨ ਜਿਹੜੀ ਮੋਰ ਵਲਨਰੇਬਲ ਹੈ ਉਹਨਾਂ ਨੂੰ ਦਿਓ। ਫਿਰ ਲੋਕ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹਨ। ਆਪਣਾ ਪਰਪਸ ਕੀ ਸੀਗਾ? ਆਪਣਾ ਪਰਪਸ ਸੀ ਕਿ ਲੋਕਾਂ ਨੂੰ ਬਚਾਓ ਤਾਂ ਕਿ ਡੈਥ ਸਭ ਤੋਂ ਘੱਟ ਹੋ ਸਕਣ, ਕਿਉਂਕਿ ਵੈਕਸੀਨ ਇਨ ਜਨਰਲ ਐਵਰੀਬਡੀ ਐਲੀਜੀਬਲ ਸ਼ੁੱਡ ਗੈਟ ਵੈਕਸੀਨੇਟਡ ਐਟ ਦੀ ਅਰਲੀਐਸਟ। ਬਟ ਜੇ ਵੈਕਸੀਨ ਦੀ ਅਵੇਲੇਬਿਲਿਟੀ ਘੱਟ ਹੈ ਦੈਨ ਯੂ ਹੈਵ ਟੂ ਪ੍ਰਾਇਰਟਾਈਜ਼, ਕਿ ਪ੍ਰਾਇਰਟਾਈਜ਼ ਕਰੋ ਵੈਕਸੀਨ ਨੂੰ
ਕਿਸ ਨੂੰ ਪਹਿਲਾਂ ਦਈਏ, ਕਿਸ ਨੂੰ ਉਸ ਤੋਂ ਨੈਕਸਟ, ਕਿਸ ਨੂੰ ਤੁਸੀਂ ਪਹਿਲਾਂ ਫਿਕਸ ਕਰ ਲਓ, ਆਪਣੀ ਅਪਾਇੰਟਮੈਂਟ ਫਿਕਸ ਕਰ ਲਓ, ਯੂ ਵਿਲ ਗੈਟ ਵੈਕਸੀਨੇਟਡ। ਅਦਰਵਾਈਜ਼ ਵਾਕ ਇਨ ਜਾਓ ਤਾਂ ਵੀ ਤੁਹਾਡੀ ਵੈਕਸੀਨੇਸ਼ਨ ਹੋ ਜਾਏਗੀ। ਅਗਰ ਤੁਹਾਨੂੰ ਅੱਛਾ ਲੱਗਦਾ ਕਿ ਤੁਸੀਂ ਪ੍ਰਾਈਵੇਟ ਜਾ ਕੇ ਕਰਵਾਉਣੀ ਆ, ਦੈਨ ਯੂ ਹੈਵ ਟੂ ਪੇ ਫॉर दैट। ਦੈਟਸ ਇਟ। ਸਰ ਜਾਣਕਾਰੀ ਇਹ ਵੀ ਹੈ ਕਿ ਜਿਨ੍ਹਾਂ ਨੇ ਆਪਣਿਆਂ ਨੂੰ ਖੋਇਆ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਲਈ ਸਰਕਾਰੀ ਚੈੱਕ ਤੱਕ ਵੀ ਤੁਸੀਂ ਤਕਸੀਮ ਕੀਤੇ ਨੇ। ਸਰ ਉਹਨਾਂ ਦੇ ਬਾਰੇ ਜਾਣਕਾਰੀ ਦਿਓ, ਕਿਉਂਕਿ ਕਾਫੀ ਜਣਿਆਂ ਨੂੰ ਮਿਲ ਵੀ ਚੁੱਕੇ ਨੇ ਲੇਕਿਨ ਹਾਲੇ ਕੁਝ ਬਾਕੀ ਬਚੇ ਨੇ। ਆਈ ਕੁਡਨਟ ਹੀਅਰ ਪ੍ਰੋਪਰਲੀ। ਕੀ ਕਿਹਾ? ਜੋ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਖੋਇਆ, ਜੋ ਉਹਨਾਂ ਦੇ ਪਿੱਛੇ ਪਰਿਵਾਰ ਰਹਿ ਗਏ ਨੇ, ਉਹਨਾਂ ਨੂੰ ਸਰਕਾਰੀ ਪੱਧਰ ਤੇ ਫੰਡਾਂ ਦੀ ਮਦਦ ਵੀ ਕੀਤੀ ਗਈ ਹੈ। ਦੋ ਸੀਗੇ, ਇੱਕ ਤਾਂ ਹੈਲਥ ਇੰਸ਼ੋਰੈਂਸ ਸਕੀਮ ਸੀ ਜਿਹੜੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੈ, ਉਹਦੇ ਵਿੱਚ ਹੈਲਥ ਕੇਅਰ ਵਰਕਰਸ ਨੂੰ 50 ਲੱਖ ਦਾ ਹੈ ਇੰਸ਼ੋਰੈਂਸ ਕਵਰ ਹੈ, ਔਰ ਅਸੀਂ ਸਰਕਾਰੀ ਤੇ ਪ੍ਰਾਈਵੇਟ ਦੋਨਾਂ ਨੂੰ ਮਿਲਿਆ ਹੈ। ਦੂਸਰੀ ਹੈ ਸਟੇਟ ਨੇ ਆਪਣੇ ਜਿਹੜੇ ਇੱਕ ਐਕਸ ਗ੍ਰੇਸ਼ੀਆ ਸਾਡੀ ਹੁੰਦੀ ਹੈ, ਉਸ ਸਕੀਮ ਦੇ ਅੰਦਰ ਸਾਡੇ ਜਿਹੜੇ ਮੁਲਾਜ਼ਮ ਸੀ ਜਿਨ੍ਹਾਂ ਦੀ ਡੈਥ ਹੋਈ ਸੀਗੀ, ਉਹਨਾਂ ਨੂੰ ਉਹ ਐਕਸ ਗ੍ਰੇਸ਼ੀਆ ਅਮਾਊਂਟ ਜਿਹੜੀ ਸਰਕਾਰ ਨੇ ਦਿੱਤੀ ਸੀ ਉਹ ਸਟੇਟ ਗਵਰਨਮੈਂਟ ਦਾ ਸੀ ਜੀ। ਔਰ ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ ਨੇ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਲਗਾਉਂਦੀ ਰਹੀ ਹੈ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ, ਵੈਕਸੀਨ ਦੀ ਡੋਜ਼ ਬਾਕੀ ਸਟੇਟਸ ਦੇ ਵਿੱਚ ਜ਼ਿਆਦਾ ਦਿੱਤੀ ਜਾ ਰਹੀ ਹੈ, ਪੰਜਾਬ ਦੇ ਵਿੱਚ ਘੱਟ ਦਿੱਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਤੁਸੀਂ ਪਰਸਨਲੀ ਕਿਸ ਤਰ੍ਹਾਂ ਇਸ ਨੂੰ, ਕਿਉਂਕਿ ਤੁਸੀਂ ਤਾਂ ਬਾਖੂਬੀ ਜਾਣਦੇ ਹੋਵੋਗੇ ਉਸ ਸਿਚੁਏਸ਼ਨ ਨੂੰ। ਨਾਰਮਲੀ ਅਸੀਂ ਜਿੰਨੀ ਵੈਕਸੀਨ ਦੀ ਡਿਮਾਂਡ ਕਰਦੇ ਹਾਂ, ਉਹ ਹੁਣ ਉਹਨਾਂ ਨੇ ਸਿਸਟਮ ਬਣਾਇਆ ਕਿ ਤੁਹਾਨੂੰ 15 ਦਿਨ ਦੀ ਜਿਹੜੀ ਸਪਲਾਈ ਹੈ ਉਹ ਸਾਨੂੰ ਦੱਸ ਦਿੰਦੇ ਕਿ ਇਸ ਡੇਟ ਨੂੰ ਇੰਨੀ ਆ ਰਹੀ ਹੈ। ਲੇਕਿਨ ਉਹ ਸਪਲਾਈ ਜਿਹੜੀ ਸਾਨੂੰ ਐਡਿਕੁਏਟ ਨਹੀਂ ਲੱਗਦੀ, ਕਿਉਂਕਿ ਪੂਰੇ ਮਹੀਨੇ ਦੇ ਵਿੱਚ ਤੁਹਾਨੂੰ 20 ਲੱਖ ਵੈਕਸੀਨ ਮਿਲਦੀ ਹੈ, 18 ਲੱਖ ਵੈਕਸੀਨ ਮਿਲਦੀ ਹੈ, ਤਾਂ ਕਿੰਨੀ ਦੇਰ ਲੱਗੇਗੀ ਸਾਰਿਆਂ ਨੂੰ ਵੈਕਸੀਨ ਡੋਜ਼ਿਸ? ਸਾਡੇ ਤਕਰੀਬਨ 1 ਕਰੋੜ ਤੇ 31 ਲੱਖ ਬੈਨੀਫਿਸ਼ਰੀ ਹੋਣਗੇ ਜਿਨ੍ਹਾਂ ਨੂੰ ਅਸੀਂ ਵੈਕਸੀਨ ਲਗਾਉਣੀ ਹੈ। ਸੋ 2 ਕਰੋੜ ਤਕਰੀਬਨ 70 ਲੱਖ ਡੋਜ਼ਿਸ ਚਾਹੀਦੀਆਂ। ਸੋ ਜੇ 20 ਲੱਖ ਡੋਜ਼ਿਸ ਹਰ ਮਹੀਨੇ ਮਿਲਣਗੀਆਂ ਤਾਂ ਫਿਰ ਸਾਨੂੰ ਤਾਂ ਬਹੁਤ ਲੰਬਾ ਸਮਾਂ ਲੱਗੇਗਾ ਜੀ। ਸੋ ਸਟੇਟ ਦਾ ਤਾਂ ਸਿਰਫ ਇਹੋ ਹੀ ਇੱਕ ਸਾਡੀ ਤਾਂ ਵਰੀਡ ਕਿ ਕਿਤਨੀ ਜਲਦੀ ਅਸੀਂ ਇਹਨਾਂ ਨੂੰ ਵੈਕਸੀਨ ਲਗਾ ਸਕੀਏ। ਤੁਸੀਂ ਸਾਰੇ ਜਾਣਦੇ ਹੋ ਕਿ ਵੇਵ 3 ਤੋਂ ਬਚਣ ਦੇ ਲਈ ਇੱਕ ਇਹ ਵੀ ਹੈ। ਸਰ ਉਸ ਵੇਲੇ ਹੋਰ ਵੱਡੀ ਚੁਣੌਤੀ ਹੋਏਗੀ ਨਾ ਕਿ ਜਿਸ ਵੇਲੇ ਹਜੇ ਕਰੋਨਾ ਦੀ ਜੰਗ ਚੱਲ ਰਹੀ ਹੈ, ਇਸੇ ਦੌਰਾਨ ਬਲੈਕ ਫੰਗਸ ਆ ਗਿਆ, ਵਾਈਟ ਫੰਗਸ ਆ ਗਿਆ, ਫਿਰ ਮਤਲਬ ਲੋਕਾਂ ਨੂੰ ਇੱਥੋਂ ਮਤਲਬ ਉਹਨਾਂ ਦੀ ਅੱਖਾਂ ਤੱਕ ਕੱਢਣੀਆਂ ਪੈ ਗਈਆਂ, ਯੈਲੋ ਫੰਗਸ ਆ ਗਿਆ, ਮਤਲਬ ਇਸ ਦੇ ਵਿੱਚ ਵੀ ਇਹਨੇ ਕਲਰ ਆਉਣੇ ਸ਼ੁਰੂ ਹੋਏ। ਉਸ ਵੇਲੇ ਪੰਜਾਬ ਸਰਕਾਰ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਔਰ ਬਹੁਤ ਵੱਡੀ ਚੁਣੌਤੀ। ਬਿਲਕੁਲ ਠੀਕ ਹੈ। ਅਨਫੋਰਚੂਨੇਟਲੀ ਕੋਵਿਡ ਦੇ ਜਿਹੜੇ ਆਫਟਰ ਇਫੈਕਟਸ ਹੈ, ਸੋ ਬਲੈਕ ਫੰਗਸ ਹੈ, ਬਹੁਤ ਸਾਰੀਆਂ ਹੋਰ ਬਿਮਾਰੀਆਂ, ਈਵਨ ਮੈਂਟਲ ਡਿਸਆਰਡਰਸ ਹਨ। ਸੋ ਇਹ ਇੱਕ ਆਫਟਰ ਇਫੈਕਟਸ ਹੈ ਜਿਹੜੇ ਕਿ ਬਹੁਤ ਸੀਰੀਅਸ ਹਨ। ਇਹਨਾਂ ਨੂੰ ਲਾਈਕ ਬਲੈਕ ਫੰਗਸ ਦੇ ਵਿੱਚ ਤਾਂ ਫਰਟੈਲਿਟੀ ਵੀ ਬਹੁਤ ਜ਼ਿਆਦਾ ਹੈ, ਬਟ ਟ੍ਰੀਟੇਬਲ ਹੈ। ਦੀ ਇਸ਼ੂ ਇਜ਼ ਕਿ ਇਹਨਾਂ ਦਾ ਇਲਾਜ ਹੈ। ਸ਼ੁਰੂ ਦੇ ਵਿੱਚ ਜੋ ਮੈਡੀਸਨਸ ਇਹ ਪ੍ਰੈਸਕ੍ਰਾਈਬ ਕਰਦੇ ਸੀ ਉਹਨਾਂ ਦੀ ਅਵੇਲੇਬਿਲਿਟੀ ਥੋੜ੍ਹੀ ਸ਼ਾਰਟ ਸਪਲਾਈ ਸੀਗੀ, ਅਵੇਲੇਬਿਲਿਟੀ ਸੀਗੀ, ਬਟ ਦੀਜ਼ ਮੈਡੀਸਨਸ ਯੂ ਹੈਵ ਟੂ ਟੇਕ ਫॉर ਲਿਟਲ ਲੌਂਗਰ ਟਾਈਮ। ਤੇ ਮਿਊਕੋਰਮਾਈਕੋਸਿਸ ਦੇ ਲਈ ਜੋ ਮੈਡੀਸਨਸ ਹੈ, ਲਿਪੋਸੋਮਲ ਜੋ ਹੈ ਉਹ 3 ਤੋਂ 6 ਮਹੀਨੇ ਤੱਕ ਤੁਹਾਨੂੰ ਕਈ ਵਾਰੀ ਲੈਣੀ ਪੈ ਰਹੀ ਹੈ, ਡਿਪੈਂਡਿੰਗ ਔਨ ਦੀ ਕੰਡੀਸ਼ਨ। ਬਟ ਅਨਫੋਰਚੂਨੇਟਲੀ ਕਈ ਵਾਰ ਤੁਹਾਡੇ ਸਰਜਰੀਜ਼ ਦੇ ਵਿੱਚ ਯੂ ਹੈਵ ਟੂ ਲੂਜ਼ ਆਈਸਾਈਟ ਆਲਸੋ। ਸੋ ਇਹ ਬਟ ਹੁਣ ਸਿੰਸ ਪ੍ਰੋਟੋਕੋਲਸ ਸਾਡੇ ਕੋਲ ਹੁਣ ਬਣ ਗਏ ਹੈ, ਹੁਣ ਅਸੀਂ ਅਗਲੀ 3rd ਵੇਵ ਦੇ ਲਈ ਅਸੀਂ ਮੈਡੀਸਨਸ ਦੀ ਜਿਹੜੀ ਬਫਰ ਸਟਾਕ ਹੈ ਉਹ ਅਸੀਂ ਪੂਰਾ ਬਣਾ ਰਹੇ ਹਾਂ ਤਾਂ ਕਿ ਕਿਸੇ ਵੀ ਟਾਈਮ 'ਤੇ ਸਾਨੂੰ ਕੋਵਿਡ ਜਾਂ ਕੋਵਿਡ ਰਿਲੇਟਡ